मैं हाँ मनदीप कौर संधू। अज किसानों को इन्ना भरवा हुंगारा मिल रहा है। इत्थे डॉक्टर सतिंदर सरताज दियां दो लाइनां उस गीत दियां याद आउंदियां ने, आ वेख कलामां चढ़दियां ने, खुमार दे कलमे पढ़दियां ने। सो अज वाकई ही ये जो खूबसूरत तस्वीर है, ये सारे जिहड़े NRI मेरे पिछे खड़े हुए ने, एक न्यूजीलैंड, कनेडा, अमेरिका, जर्मन तो सारे इत्थे पहुंचे हुए ने। सो जदों ये इत्थे पहुंचते हैं तो किसानों को एक होर जिहड़ा भरवा हुंगारा मिलता। सब तो पहले तुहानूं सारिआं नूं जी आया आखदे आ कि तुसीं अज आके होर मान वधाया है। सब तो पहले गल करदे सुरिंदर तुहाडे नाल कि तुसीं कनेडा तो आए हो, इत्थे आके पहला सोशल मीडिया ते देखते सी कि हाँ जी साडे सारे किसान भरा डटे हुए ने, एंड अज इत्थे आके की महसूस होया? सानू बहुत वधिया जी, बड़ा इमोशनल जिहा पल सी जी। इत्थे आके देखिया कि ਜਿਹੜਾ ਇੱਕ ਨੈਰੇਟਿਵ ਮੀਡੀਆ ਦਿਖਾਉਂਦਾ ਆ ਕਿ ਬਈ ਪੀਜ਼ੇ ਖਾਏ ਜਾ ਰਹੇ ਆ, ਮਾਲਸ਼ਾਂ ਹੋ ਰਹੀਆਂ, ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਰਾਤ ਨੂੰ ਇੱਥੇ ਸਾਡਾ ਕਿਸਾਨ ਸੜਕਾਂ ਤੇ ਸੌਂਦਾ ਆ, ਸਾਡੇ ਬਜ਼ੁਰਗ ਜਿਨ੍ਹਾਂ ਦਾ ਅੱਜ ਮਤਲਬ ਕਿ ਤਰਸ ਆਉਂਦਾ ਹੈ ਕਿ ਇਹੀ ਜਿਹੀ ਉਮਰ ਦੇ ਵਿੱਚ ਉਹਨਾਂ ਨੂੰ ਰਜਾਈਆਂ ਦੇ ਵਿੱਚ ਹੋਣਾ ਚਾਹੀਦਾ ਸੀ, ਅੱਜ ਟਰਾਲੀਆਂ ਦੇ ਥੱਲੇ ਸੁੱਤੇ ਪਏ ਆ। ਤੇ ਜਿਹੜੀਆਂ ਸ਼ਹੀਦੀਆਂ ਹੋ ਰਹੀਆਂ ਇੱਥੇ ਉਹਨਾਂ ਬਾਰੇ ਕੋਈ ਚਰਚਾ ਨਹੀਂ, ਨਾ ਸਾਡੇ PM ਵੱਲੋਂ ਤੇ ਨਾ ਸਾਡੀ ਗੋਦੀ ਮੀਡੀਆ ਵੱਲੋਂ। ਸੋ ਬੜਾ ਇਮੋਸ਼ਨਲ ਜਿਹਾ ਪਲ ਹੈ ਜੀ, ਬੜਾ ਮੋਟੀਵੇਸ਼ਨਲ ਜਿਹਾ ਪਲ ਹੈ। ਦੇਖ ਕੇ ਮਹਿਸੂਸ ਹੁੰਦਾ ਕਿ ਅਸੀਂ ਜਿਹੜਾ ਫੈਸਲਾ ਲਿਆ ਸੀ ਉਹ ਸਾਨੂੰ ਪਹਿਲਾਂ ਲੈ ਲੈਣਾ ਚਾਹੀਦਾ ਸੀ, ਸਾਨੂੰ ਹੋਰ ਛੇਤੀ ਆਉਣਾ ਚਾਹੀਦਾ ਸੀ। ਜਦੋਂ ਸਾਰੇ ਆਪਣੀ ਆਪਣੀ ਫਲਾਈਟਸ ਲੈ ਕੇ ਆ ਰਹੇ ਸੀ, ਆ ਦੇਖੋ ਬੈਨਰ ਵੀ ਦਿਖਾਣੇ ਆ। ਸਭ ਤੋਂ ਪਹਿਲਾਂ ਹੁਣ ਖਾਲਸਾ ਐਡ ਦੀ ਵੀ ਗੱਲ ਹੋਏਗੀ ਕਿਉਂਕਿ ਸਭ ਤੋਂ ਜ਼ਿਆਦਾ ਸਹਿਯੋਗ ਇਹਨਾਂ ਦੇ ਵੱਲੋਂ ਦਿੱਤਾ ਗਿਆ ਹੈ। ਇਹ ਬੈਨਰ ਸਾਰੇ ਛਪਵਾਏ ਹੋਏ ਨੇ। ਸਭ ਤੋਂ ਪਹਿਲਾਂ ਮੋਦੀ ਦੀ ਜਿਹੜੀ ਪੋਇਮ ਹੈ ਮੈਂ ਪੜ੍ਹ ਕੇ ਸੁਣਾਉਣੀ ਆ। ਮੋਦੀ ਮੋਦੀ ਯੈਸ ਪਾਪਾ, ਐਨੀ ਡਿਵੈਲਪਮੈਂਟ ਨੋ ਪਾਪਾ, ਫਾਰਮਰ ਹੈਪੀ ਨੋ ਪਾਪਾ, ਵੂਮਨ ਸੇਫ ਨੋ ਪਾਪਾ, ਜੌਬ ਕ੍ਰੀਏਸ਼ਨ ਨੋ ਪਾਪਾ, ਓਨਲੀ ਜੁਮਲਾ ਹਾਹਾ। ਇਹ ਕਿਹਨਾਂ ਨੇ ਲਿਖੀ ਸੀਗੀ? ਇਹ ਸਾਡੀਆਂ ਟੀਮਾਂ ਵੱਲੋਂ ਹੀ ਲਿਖਿਆ ਹੋਇਆ ਜੀ। ਇਹ ਵਾਕਈ ਇੱਕ ਸੱਚ ਹੈ ਕਿਉਂਕਿ ਨਾ ਤਾਂ ਇੱਥੇ ਵਿਕਾਸ ਹੋ ਰਿਹਾ ਹੈ, ਨਾ ਕਿਸਾਨ ਖੁਸ਼ ਹੈ, ਕਿਉਂਕਿ ਜਿਨ੍ਹਾਂ ਲਈ ਅਸੀਂ ਕਾਨੂੰਨ ਬਣਾਏ ਆ ਤੁਸੀਂ ਉਹੀ ਖੁਸ਼ ਨਹੀਂ ਹੈ, ਤਾਂ ਫਿਰ ਇਹਨਾਂ ਕਾਨੂੰਨਾਂ ਦਾ ਕੀ ਫਾਇਦਾ? ਜਰਮਨ ਤੋਂ ਤੁਸੀਂ ਆਏ ਹੋ ਜੀ, ਕੈਨੇਡਾ ਤੋਂ ਆਏ ਹੋ ਤੁਸੀਂ। ਫਲਾਈਟ ਜਦੋਂ ਲੈਣ ਲੱਗੇ ਸੀ, ਸਭ ਤੋਂ ਪਹਿਲਾਂ ਤਾਂ ਉਹ ਪਲ ਦੱਸੋ ਕਿ ਹਾਂਜੀ ਜਾਣਾ ਸੀ ਇੰਡੀਆ। ਸਭ ਤੋਂ ਪਹਿਲਾਂ ਹੀ ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਨਾ ਜੀ ਪੂਰੇ ਪਿਛਲੇ 25 ਤਰੀਕ ਤੋਂ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋ ਰਿਹਾ, ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ, ਬ੍ਰੇਕ ਦੇ ਵਿੱਚ, ਲੰਚ ਟਾਈਮ, ਡਿਨਰ ਟਾਈਮ ਵੀਡੀਓਜ਼ ਨੂੰ ਫੋਲੋ ਕਰਦੇ ਰਹੇ, ਦੇਖਦੇ ਰਹੇ। ਇਦਾਂ ਫੀਲ ਹੁੰਦਾ ਸੀ ਵੀ ਜਿਵੇਂ ਅਸੀਂ ਆਪ ਹੀ ਇੱਥੇ ਸਾਰਾ ਕੁਝ ਕਰੀ ਜਾਂਦੇ ਹਾਂ। ਪਰ ਫਿਰ ਹੌਲੀ ਸਾਡਾ ਧਿਆਨ ਇੱਥੇ ਹੀ ਸੀਗਾ, ਕੰਮ ਕਰਨਾ ਪੈਂਦਾ ਸੀ ਕਿਉਂਕਿ ਅਸੀਂ ਉੱਥੇ ਰਹਿੰਦੇ ਹਾਂ, ਕੰਮ ਤਾਂ ਕਰਨਾ ਹੀ ਪੈਣਾ। ਫਿਰ ਅਸੀਂ ਇੱਕਦਮ ਸਾਰਿਆਂ ਨੇ ਪ੍ਰੋਗਰਾਮ ਬਣਾਇਆ ਵੀ ਲੈਟਸ ਗੋ ਟੂ ਦਿੱਲੀ, ਹੈ ਨਾ। ਤਾਂ ਬਸ ਇੰਨਾ ਵਧੀਆ ਮਹਿਸੂਸ ਹੋਇਆ ਇੱਥੇ ਆ ਕੇ, ਇੱਦਾਂ ਲੱਗਦਾ ਵੀ ਜ਼ਿੰਦਗੀ 'ਚ ਕੁਛ ਪਾ ਲਿਆ ਅਸੀਂ ਇੱਥੇ ਇਸ ਅੰਦੋਲਨ 'ਚ ਆ ਕੇ। ਇਹ ਲੱਗਦਾ ਵੀ ਕੱਲ੍ਹ ਨੂੰ ਅਸੀਂ ਆਪਦੇ ਬੱਚਿਆਂ ਨੂੰ ਦੱਸਣ ਜੋਗੇ ਹੋ ਗਏ ਵੀ ਅਸੀਂ ਕੈਨੇਡਾ ਨਹੀਂ ਬੈਠੇ ਰਹੇ, ਵੀ ਅਸੀਂ ਆਪਦੇ ਦੇਸ਼ ਨੂੰ ਛੱਡ ਕੇ ਕੈਨੇਡਾ ਨਹੀਂ ਬੈਠੇ ਰਹੇ। ਅਸੀਂ ਉਸ ਟਾਈਮ ਤੇ ਇੰਡੀਆ ਦੇ ਵਿੱਚ ਜਾ ਕੇ ਆਪਦੇ ਭਰਾਵਾਂ ਨਾਲ ਖੜੇ ਸੀ ਜਦੋਂ ਆਹ ਟਾਈਮ ਚਲਿਆ, ਕਿਉਂਕਿ ਇਹ ਇਤਿਹਾਸ ਰਚਿਆ ਜਾ ਰਿਹਾ, ਹਰ ਰੋਜ਼ ਇੱਕ ਨਵਾਂ ਇਤਿਹਾਸ ਰਚਿਆ ਜਾ ਰਿਹਾ। ਇਸ ਲਈ ਕਿ ਰੱਬ ਦੀ ਕੋਈ ਕਿਰਪਾ ਹੀ ਵਰਤ ਰਹੀ ਹੈ ਜੀ ਉਰੇ। ਗੱਲ ਕਰ ਲੈਣੇ 1984 1947 ਜਿੱਦਾਂ ਸਾਨੂੰ ਯਾਦ ਹੈ ਹਨਾ, ਪਰ ਅੱਜ ਅਸੀਂ ਸਾਡੀਆਂ ਉਮਰਾਂ ਨੇ, ਸਾਡੀ ਨੌਜਵਾਨ ਪੀੜ੍ਹੀ ਨੇ ਆ 2020 ਦੇਖਿਆ ਹੈ। ਇਹਨੂੰ ਕਿਸ ਤਰ੍ਹਾਂ ਯਾਦ ਕੀਤਾ ਜਾਏਗਾ? ਪਹਿਲੀ ਤਾਂ ਗੱਲ ਇਹ ਹੈ ਜੀ, ਇਹ ਜਿਹੜਾ ਮੋਰਚਾ ਆ ਕੋਈ ਧਾਰਮਿਕ ਮੋਰਚਾ ਨਹੀਂ। ਕਿਸਾਨ ਆ, ਕਿਸਾਨ 'ਚ ਆਪਣੇ ਸਿੱਖ ਵੀ ਆ, ਮੁਸਲਮਾਨ ਵੀ ਆ, ਹਿੰਦੂ ਵੀ ਆ। ਹਾਂਜੀ, ਅਸੀਂ NRI ਆ, ਅਸੀਂ ਵੀ ਕਿਸਾਨ ਆ। ਹਾਂਜੀ, ਇਹ ਸਾਡਾ ਸਾਰਿਆਂ ਦਾ ਸਾਂਝਾ ਮੋਰਚਾ। ਮੈਂ ਇੱਕ ਕਹੂੰਗਾ ਆਪਣੇ NRI ਭਰਾਵਾਂ ਨੂੰ ਜਿੰਨੇ ਬਾਹਰ ਬੈਠੇ ਆ, ਡਰਨ ਦੀ ਲੋੜ ਨਹੀਂ। ਪਹਿਲੀ ਗੱਲ ਤਾਂ ਕੋਈ ਇੱਥੇ ਕਰੋਨਾ ਨਹੀਂ। ਹਾਂਜੀ, ਕੋਈ ਤੁਹਾਨੂੰ 에ਅਰਪੋਰਟ 'ਤੇ ਕੋਈ ਪ੍ਰੋਬਲਮ ਨਹੀਂ। ਆਪਣੇ ਟਿਕਟਾਂ ਕਰਾਓ, ਜਿੰਨੇ ਆ ਸਕਦੇ ਸਾਰੇ ਇੱਥੇ ਆਓ, ਮਾਈ ਭਾ ਨੂੰ ਕੰਟੈਕਟ ਕਰਨ, ਸਾਰੇ ਆਪਾਂ ਇਕੱਠੇ ਆਪਣਾ ਜੋ ਯੋਗਦਾਨ ਪਾ ਸਕਦੇ ਆ, ਜੋ ਆਪਾਂ ਕਰ ਸਕਦੇ ਆ ਕਰੀਏ। ਗੱਲ ਕਰ ਲੈਣੇ ਕਿ ਜਦੋਂ ਤੁਸੀਂ ਹੈਗੇ ਤਾਂ ਵੱਖ-ਵੱਖ ਦੇਸ਼ਾਂ ਤੋਂ, ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੋ, ਪਰ ਜਦੋਂ ਤੁਸੀਂ ਸਾਰਿਆਂ ਨੇ ਕੰਟੈਕਟ ਕੀਤਾ ਕਿ ਇੰਡੀਆ ਜਾਣਾ ਆ, ਉਹ ਸਭ ਤੋਂ ਪਹਿਲਾਂ ਪਲਾਨ ਕਿਹਨਾਂ ਵੱਲੋਂ ਤਿਆਰ ਕੀਤਾ ਗਿਆ? ਸੋ ਜੀ ਸਾਡੇ ਮਨ ਦੇ ਵਿੱਚ ਇਹ ਸੀ ਕਿ ਚਲੋ ਦਿੱਲੀ ਦਾ ਜਿਹੜਾ ਇੱਕ ਸਲੋਗਨ ਸੀ ਉਹ ਸਾਡੇ ਲੀਡਰਾਂ ਵੱਲੋਂ ਦਿੱਤਾ ਗਿਆ ਸੀ, ਸਾਡੀ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ। ਤੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ NRIs ਚਲੋ ਦਿੱਲੀ, ਅਸੀਂ ਇੱਕ ਮੁਹਿੰਮ ਉਲੀਕੀ ਤੇ ਅਸੀਂ ਵੱਖ-ਵੱਖ ਪਲੇਟਫਾਰਮ ਦੇ ਵਿੱਚ ਉਹਨੂੰ ਸ਼ੇਅਰ ਕੀਤਾ ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ। ਤੇ ਐਵੇਂ ਸਾਨੂੰ ਆਪਣੇ ਜਰਮਨੀ ਤੋਂ, ਆਸਟ੍ਰੇਲੀਆ ਤੋਂ, ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਸਾਨੂੰ ਸਾਡਾ ਇੱਕ ਜਥਾ ਬਣਦਾ ਸ਼ੁਰੂ ਹੋ ਗਿਆ। ਸੋ ਉਸ ਤੋਂ ਬਾਅਦ ਅਸੀਂ ਗਰੁੱਪਸ ਬਣਾਏ, WhatsApp ਗਰੁੱਪ ਦੇ ਵਿੱਚ ਉਹਨਾਂ ਸਾਰਿਆਂ ਨੂੰ ਐਡ ਕੀਤਾ ਤੇ ਉਹ ਹੌਲੀ-ਹੌਲੀ ਉਹ ਜਥਾ ਇੰਨਾ ਵੱਡਾ ਹੋ ਗਿਆ ਕਿ ਹੁਣ ਅਸੀਂ 100 ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹਾਂ। ਤੇ ਮੈਂ ਚਾਹੂੰਗਾ ਵੀ ਅਸੀਂ ਸਾਡੇ ਬਹੁਤ ਸਾਰੇ ਜਿਹੜੇ ਸਾਥੀਆਂ ਬਾਹਰ ਖੜੇ ਆ ਉਹਨਾਂ ਨਾਲ ਵੀ ਤੁਹਾਨੂੰ ਰੂਬਰੂ ਕਰਾਂਗੇ। ਸੋ ਬੜਾ ਇਮੋਸ਼ਨਲ, ਬੜਾ ਮੋਟੀਵੇਸ਼ਨਲ ਜਿਹਾ ਪਲ ਹੈ ਕਿ ਸਾਨੂੰ ਕੁਛ ਜ਼ਿਆਦਾ ਐਫਰਟ ਨਹੀਂ ਕਰਨੀ ਪਈ, ਸਿਰਫ ਇੱਕ ਆਈਡੀਆ ਥਰੂ ਕੀਤਾ ਸੀ ਤੇ ਸਾਰੇ ਬੰਦਿਆਂ ਨੇ ਸਾਡੀ ਉਹਦੇ ਵਿੱਚ ਸਪੋਰਟ ਕੀਤੀ ਸੀ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ। ਗੱਲ ਕਰ ਲੈਣੇ ਹੁਣ ਖਾਲਸਾ ਐਡ ਦੀ। ਤੁਹਾਡੇ ਤੋਂ ਸਵਾਲ ਪੁੱਛਾਂਗੀ ਜੀ,
ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਹਮੇਸ਼ਾ ਜਿੱਥੇ ਜਿੱਥੇ ਭੀੜ ਪਈ ਸੀ, ਕਦੇ ਕਦੇ ਆਫਤ ਆਉਂਦੀ ਸੀ ਤਾਂ ਹਮੇਸ਼ਾ ਖੜਦੇ ਰਹੇ ਨੇ। ਤੇ ਅੱਜ ਇਹਨਾਂ ਤੇ ਇੱਕ ਵੱਡਾ ਜਿਹੜਾ ਵਾਕਈ ਜਿਹੜੇ ਮੀਡੀਆ ਚੈਨਲ, ਕੁਝ ਮੀਡੀਆ ਚੈਨਲ ਨੇ ਉਹਨਾਂ ਵੱਲੋਂ ਅੱਤਵਾਦੀ ਇਹਦਾ ਗੋਦੀ ਮੀਡੀਆ ਜੀ ਆਪਣਾ ਕਰ ਰਿਹਾ ਚਾਚਾ, ਪਰ ਆਪਣੇ ਖਾਲਸਾ ਸਾਈਡ ਵਾਲੇ ਦਾ ਬਹੁਤ ਵਧੀਆ ਸਾਰੇ ਪਾਸੇ ਹੈਲਪ ਕਰ ਰਹੇ ਆ। ਇਹਨਾਂ ਦਾ ਆਪਾਂ ਕੋਈ ਦੇਣ ਨਹੀਂ ਦੇ ਸਕਦੇ। ਖਾਲਸਾ ਏਡ ਦੇ ਬਾਰੇ ਜੀ ਮੈਂ ਜਿਹੜੀ ਤੁਸੀਂ ਗੋਦੀ ਮੀਡੀਆ ਦੀ ਗੱਲ ਕਰ ਰਹੇ ਹੋ, ਮੈਂ ਨਾਮ ਲੈ ਕੇ ਕਹਿੰਦਾ, ਮੈਂ ਡਰਦਾ ਨਹੀਂ। ਜੀ ਨਿਊਜ਼ ਨੇ ਇੱਕ ਵੀਡੀਓ ਦਿਖਾਈ ਆ ਵੀ ਜਿਹਦੇ 'ਚ ਕਿਹਾ ਗਿਆ ਵੀ ਇਹਨਾਂ ਨੂੰ ਖਾਲਿਸਤਾਨੀਆਂ ਦਾ ਪੈਸਾ ਆਉਂਦਾ ਜੀ। ਸੱਚੀ ਕਹਿਣਾ ਜੀ, ਮੈਂ ਮੰਥਲੀ ਇਹਨਾਂ ਨੂੰ ਡੋਨੇਸ਼ਨ ਦਿੰਦਾ ਖਾਲਸਾ ਏਡ ਵਾਲਿਆਂ ਨੂੰ। ਮੈਨੂੰ ਪਤਾ ਹੈ ਜੀ ਜਿਹੜਾ ਇਹ ਕੰਮ ਕਰ ਰਿਹਾ, ਦੁਨੀਆ ਦੇ ਵਿੱਚ ਕਿਤੇ ਵੀ ਭੀੜ ਪੈਂਦੀ ਹੈ ਜਾ ਕੇ ਲੋਕਾਂ ਦੀ ਸੇਵਾ ਕਰਦੇ ਆ। ਸਿਰਫ ਇਹਨਾਂ ਨੂੰ ਪਚਦਾ ਤਾਂ ਨਹੀਂ, ਕਿਉਂਕਿ ਉਹਦਾ ਜਿਹੜਾ ਚਿਹਰਾ ਸਰਦਾਰ ਹੈ ਜੀ। ਇਸੇ ਕਰਕੇ ਇਹਨਾਂ ਨੂੰ ਕਦੇ ਖਾਲਿਸਤਾਨੀ ਕਿਹਾ ਜਾਂਦਾ, ਕਦੇ ਮਾਓਵਾਦੀ ਕਹਿ ਦਿੰਦੇ ਨੇ, ਕਦੇ ਕੁਝ ਕਹਿ ਦਿੰਦੇ ਨੇ, ਪਰ ਇਹੋ ਜਿਹਾ ਕੁਝ ਵੀ ਨਹੀਂ ਹੈਗਾ। ਖਾਲਸਾ ਏਡ ਹੁਣ ਰੈੱਡ ਕਰਾਸ ਨੂੰ ਵੀ ਪਾਰ ਕਰ ਚੁੱਕੀ ਹੈ ਜੀ ਲੋਕਾਂ ਦੀ ਸੇਵਾ ਕਰਨ ਦੇ ਵਿੱਚ। ਤੇ ਸੱਚੀ ਕਹਿੰਦੇ ਆ, ਦਿਲੋਂ ਕਹਿੰਦੇ ਆ, ਅਸੀਂ ਇਹਨਾਂ ਦੀ ਹੋਰ ਜ਼ਿਆਦਾ ਸਪੋਰਟ ਕਰਾਂਗੇ। ਜਿੰਨਾ ਗੋਦੀ ਮੀਡੀਆ ਇਹਨੂੰ ਚੱਕੂਗਾ ਉਹਨਾਂ ਖਾਲਸਾ ਏਡ ਜ਼ਿਆਦਾ ਸਟਰੋਂਗ ਹੋਊਗਾ ਜੀ। ਕਿਉਂਕਿ ਅਸੀਂ ਸਾਰੇ NRI ਭਰਾਵਾਂ ਨੂੰ ਅਰਦਾਸ ਵੀ ਕਰਦੇ ਆ, ਰਿਕੁਐਸਟ ਵੀ ਕਰਦੇ ਆ ਵੀ ਤੁਸੀਂ ਖਾਲਸਾ ਏਡ ਨੂੰ ਵੱਧ ਤੋਂ ਵੱਧ ਡੋਨੇਸ਼ਨ ਕਰੋ, ਇਹਨਾਂ ਨੂੰ ਸਟਰੋਂਗ ਕਰੋ। ਫੰਡਿੰਗ ਦੇ ਇਲਜ਼ਾਮ ਵੀ ਲੱਗਦੇ ਆਏ ਨੇ, ਕਹਿੰਦੇ ਕਿ ਇੱਥੇ ਫੰਡਿੰਗ ਬਹੁਤ ਹੋ ਰਹੀ ਹੈ। ਹਾਂਜੀ ਮੈਮ, ਇੱਥੇ ਇਲਜ਼ਾਮ ਉਹਨਾਂ ਨੇ ਇਸ ਕਰਕੇ ਲਾ ਦਿੱਤੇ ਕਿ ਮਤਲਬ ਫੰਡਿੰਗ ਬਾਹਰੋਂ, ਮਤਲਬ ਸਾਰੇ ਵੀਰ ਭਰਾਵਾਂ ਨੇ ਉਹਨਾਂ ਨੂੰ ਮਤਲਬ ਯੋਗਦਾਨ ਪਾਇਆ ਵਿੱਚ, ਪਰ ਉਹਨਾਂ ਨੇ ਨਾ ਇਸ ਤਰੀਕੇ ਦਾ ਦੇਤਾ ਕਿ ਇਹਨਾਂ ਨੂੰ ਖਾਲਿਸਤਾਨੀਆਂ ਵੱਲੋਂ ਆ ਰਿਹਾ ਪੈਸਾ ਇਹ ਉਹ। ਬਟ ਇਸ ਕਰਕੇ ਇਦਾਂ ਦਾ ਕੁਝ ਵੀ ਨਹੀਂਗਾ ਮੈਮ, ਕਿਉਂਕਿ ਸਾਰੇ ਵੀਰ ਭਰਾਵਾਂ ਨੇ ਸਪੋਰਟ ਕੀਤੀ ਆ, ਕਿਉਂਕਿ ਅਸੀਂ ਸਾਰੇ ਬਾਹਰ ਸੀਗੇ ਹੈ ਨਾ। ਉਹਨਾਂ ਦੇ ਨਾਲ ਫਿਰ ਵੀਰ ਭਰਾਵਾਂ ਦੇ ਸਪੋਰਟ ਦੇ ਕਰਕੇ ਆਪਾਂ ਮਤਲਬ ਸਾਰੇ ਨਾਲ ਲੜੇ ਹਾਂ ਜੀ। ਗੱਲ ਕੀਤੀ ਜਾਈਏ, ਨਾਮ ਵੱਖਰੇ ਵੱਖਰੇ ਮਿਲਦੇ, ਜਦੋਂ ਹੱਕਾਂ ਦੀ ਗੱਲ ਆਉਂਦੀ ਆ ਤਾਂ ਅੱਤਵਾਦੀਆਂ ਦਾ ਨਾਮ ਚੱਲਦਾ। ਕੋਈ ਨਕਸਲਵਾਦੀ ਕਹਿੰਦਾ ਹੈ, ਕੋਈ ਅੱਤਵਾਦੀ ਕਹਿੰਦਾ, ਕੋਈ ਕੁਝ ਬੋਲ ਰਿਹਾ ਹੈ। ਸਾਰੇ ਇਕੱਠੇ ਤਾਂ ਕਿਸਾਨ ਆ ਸਾਰੇ ਨਾ ਇੱਥੇ ਅੱਤਵਾਦੀ ਆ, ਨਕਸਲੀ ਆ ਸਾਰੇ ਫਾਰਮਰ ਆ, ਠੀਕ ਨੇ। ਸਾਰੇ ਫਾਰਮਰ ਵੀ ਆ, ਕਿਰਤੀ ਵੀ ਆ, ਸਾਰੇ ਇਕੱਠੇ ਹੋਏ ਆ। ਇਹ ਇੱਕ ਨੂੰ ਨਹੀਂ ਰੰਗ ਦੇਣਾ ਚਾਹੀਦਾ, ਸਾਰੇ ਇਕੱਠੇ ਹੋਏ ਆ। ਇੰਡੀਆ ਦੇ ਵੀ ਬਾਹਰਲੇ ਵੀ ਸਾਰੇ ਇੱਕ ਹੋਏ ਆ। ਤਾਂ ਆ ਗੋਦੀ ਮੀਡੀਆ ਐਵੇਂ ਜਾਣ ਕੇ ਬਦਨਾਮ ਕਰ ਰਿਹਾ, ਹੋਰ ਕੋਈ ਚੱਕਰ ਨਹੀਂ। ਅਸੀਂ ਵੀ ਬਾਹਰੋਂ ਆਏ ਆ, ਜਿੰਨਾ ਚਿਰ ਜਿੱਤ ਕੇ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਇੱਥੇ ਰਵਾਂਗੇ ਨਾਲ, ਠੀਕ ਨੇ। ਖਾਲਸਾ ਏਡ ਵਾਲਿਆਂ ਦਾ ਇੰਨਾ ਸ਼ੁਕਰੀਆ, ਬਹੁਤ ਵਧੀਆ ਕੰਮ ਕਰ ਰਹੇ ਆ, ਠੀਕ ਨੇ। ਐਵੇਂ ਗੋਦੀ ਮੀਡੀਆ ਜਾਣ ਕੇ ਇਹਨਾਂ ਨੂੰ ਵੀ ਖਰਾਬ ਕਰ ਰਿਹਾ ਵੇ, ਇਹਨਾਂ ਬਦਨਾਮ ਕਰਦਾ, ਹੋਰ ਨਹੀਂ ਕੁਝ ਵੀ ਹੈਗਾ। ਸੁਰਿੰਦਰ, ਜੇ ਗੱਲ ਕੀਤੀ ਜਾਵੇ ਤਾਂ ਅਕਸਰ ਸ਼ੁਰੂ ਤੋਂ ਗੱਲ ਕਰ ਲੈਂਦੇ ਆ, ਪ੍ਰਧਾਨ ਮੰਤਰੀ ਮੋਦੀ ਬੜੀ ਵਾਰ ਲਾਈਵ ਹੁੰਦੇ ਨੇ, ਹਮੇਸ਼ਾ ਇੱਕੋ ਗੱਲ ਆਖਦੇ ਨਜ਼ਰ ਆਉਂਦੇ ਨੇ, ਇਹ ਕਾਨੂੰਨ ਬਣਾਏ ਗਏ ਆ, ਇਹ ਫਾਇਦੇਮੰਦ ਹੈ। ਸਾਨੂੰ ਇੱਕੋ ਰੱਟਾ ਉਹਨਾਂ ਦਾ ਇਹੀ ਮਿਲਦਾ ਆ। ਤਾਂ ਇੱਥੇ ਕਿਸਾਨ ਜਿਹੜੇ ਲੱਖਾਂ ਦੀ ਗਿਣਤੀ 'ਚ ਖੜੇ ਹੋਏ ਆ ਤਾਂ ਉਹ ਕਹਿੰਦੇ ਕਿ ਇਹ ਸਾਡੇ ਲਈ ਲਾਭਦਾਇਕ ਨਹੀਂ, ਨੁਕਸਾਨਦਾਇਕ ਹੈ। ਦੇਖੋ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇ ਉਹ ਇੰਨੇ ਕੀ ਲਾਭਦਾਇਕ ਹੁੰਦੇ, ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਛੱਡ ਗਿਆ। ਰਾਜਸਥਾਨ ਦੇ ਵਿੱਚ ਉਹਨਾਂ ਦੇ ਪਾਰਟੀ ਸੀ, ਉਹ ਟੁੱਟ ਗਈ। ਦੁਸ਼ਯੰਤ ਚੌਟਾਲਾ ਦੀ ਪਾਰਟੀ ਟੁੱਟਣ ਵਾਲੀ ਹੈ। ਜਿਹੜੀ ਸਰਕਾਰ ਆਪਣੇ ਨੁਮਾਇੰਦਿਆਂ ਨੂੰ ਨਹੀਂ ਇਹ ਸਮਝਾ ਸਕੀ ਇਹਨਾਂ ਦੇ ਫਾਇਦੇ, ਉਹ ਕਿਸਾਨਾਂ ਨੂੰ ਕੀ ਸਮਝਾ ਸਕਦੀ ਹੈ। ਸੋ ਜਿਹੜਾ ਵੀ ਕਾਨੂੰਨ ਹੁੰਦਾ ਨਾ ਜੀ, ਜੇ ਉਹਨੂੰ ਲੋਕਾਂ ਨੂੰ ਸਮਝਾਉਣ ਦੀ ਲੋੜ ਪੈ ਜੇ ਨਾ, ਤਾਂ ਇਹਦਾ ਮਤਲਬ ਇਹ ਕਾਨੂੰਨ ਲੋਕਾਂ ਦੇ ਲਈ ਨਹੀਂ ਹੈਗਾ। ਸੋ ਜਿੰਨਾ ਟਾਈਮ ਤੇ ਜਿੰਨਾ ਪੈਸਾ ਸਾਡੇ ਜਿਹੜੇ PM ਮੋਦੀ ਜੀ ਆ ਉਹ ਇਹ ਸਮਝਾਉਣ ਤੇ ਲਾ ਰਹੇ ਆ, ਉਹਨੇ ਟਾਈਮ ਦੇ ਵਿੱਚ ਤਾਂ ਜਿਹੜੇ ਬਿੱਲ ਸੀ ਰੀਅਪੀਲ ਹੋ ਸਕਦੇ ਸੀ ਤੇ ਇੱਕ ਵਧੀਆ ਕਮੇਟੀ ਬਣਾ ਕੇ ਜਥੇਬੰਦੀਆਂ ਨੂੰ ਵਿੱਚ ਇਨਵੋਲਵ ਕਰਕੇ ਉਹਨੂੰ ਦੁਬਾਰਾ ਵਧੀਆ ਤਰੀਕੇ ਨਾਲ ਬਣਾਇਆ ਜਾ ਸਕਦਾ ਸੀ। ਪਰ ਸਰਕਾਰ ਦੀ ਨੀਅਤ ਤੇ ਨੀਤੀਆਂ ਪਹਿਲਾਂ ਵੀ ਮਾੜੀਆਂ ਸੀ ਤੇ ਅੱਗੇ ਵੀ ਮਾੜੀਆਂ ਰਹਿਣੀਆਂ। ਨਿਊਜ਼ੀਲੈਂਡ ਤੋਂ ਤੁਸੀਂ ਆਏ ਹੋ ਜੀ, ਗੱਲ ਕਰ ਲੈਣੀ, ਜਦੋਂ ਉੱਥੇ ਸੀਗੇ ਸਿੱਧਾ ਆਪਣੇ ਫੋਨਾਂ ਤੇ ਸਾਰੀ ਖਬਰ ਦੇਖਦੇ ਸੀ ਤੇ ਮਨ 'ਚ ਉਬਾਲੇ ਟੁੱਟਦੇ ਹੋਣੇ ਨਾ, ਇੰਡੀਆ ਜਾਈਏ। ਮਨ ਦੇ ਵਿੱਚ ਬਹੁਤ ਉਬਾਲੇ ਉੱਠਦੇ ਸੀਗੇ, ਕਿਉਂਕਿ ਜਦੋਂ ਵੀਡੀਓ ਦੇਖੀਆਂ ਜਾਂ ਬਸ਼ਾਰਾਂ ਹੋਈਆਂ ਇਹਨਾਂ ਦੇ ਉੱਤੇ ਜਾਂ ਤਸ਼ੱਦਦ ਕੀਤੀ ਗਈ, ਕਦੇ ਅਥਰੂ ਗੈਸ ਦੇ ਗੋਲੇ ਸਿੱਟੇ, ਉਦੋਂ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਇਹ ਅਤਿਆਚਾਰ ਹੋ ਰਿਹਾ ਹੈ ਨਾ ਸਾਡੇ ਬਜ਼ੁਰਗਾਂ ਨਾਲ, ਮਾਪਿਓ ਨਾਲ, ਹੈ ਨਾ। ਕਿਉਂਕਿ ਕੱਲ੍ਹ ਨੂੰ ਐਟ ਦਾ ਐਂਡ ਆਉਣਾ ਅਸੀਂ ਵੀ ਇੱਥੇ ਹੀ ਆ। ਜੇ ਬੇਸ਼ੱਕ ਅਸੀਂ ਬਾਹਰ ਚਲੇ ਗਏ ਆ, ਬਾਹਰ ਵੀ ਕਿਹਨਾਂ ਕਰਕੇ ਗਏ ਆ, ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ। ਤੇ ਇਹੋ ਜਿਹੀਆਂ ਸਰਕਾਰੀ ਅਦਾਰੇ ਨੇ ਜਿਹੜੇ ਮੋਦੀ ਸਰਕਾਰ ਨੇ ਪ੍ਰਾਈਵੇਟ ਕਰਤੇ। ਰੇਲਾਂ ਉਹ ਅੰਬਾਨੀਆਂ ਅਡਾਨੀਆਂ ਨੂੰ ਵੇਚਦੇ, ਕਦੇ ਥਰਮਲ ਪਲਾਂਟ ਵੇਚਦੇ, ਕਦੇ ਬਿਜਲੀ ਪਲਾਂਟ ਵੇਚਦੇ। ਪਿੱਛੇ ਇਹ ਹੁਣ ਸਾਰਾ ਕੁਝ ਪ੍ਰਾਈਵੇਟ ਕਰਤਾ। ਸਾਡੇ ਕੋਲ ਜੋਬਾਂ ਹੈ ਨਹੀਂ, ਅਸੀਂ ਬਾਹਰ ਚਲੇ ਗਏ। ਉਦੋਂ ਵਾਲਾ ਉੱਠਦਾ ਸੀਗਾ ਕਿ ਹਾਂ ਯਾਰ ਕੁਝ ਕਰੀਏ ਜਾ ਕੇ ਆਪਣੇ ਉਹਨਾਂ ਲਈ। ਸੋ ਵੇ ਕਨੈਕਟ ਹੁੰਦੇ ਗਏ ਤੇ ਇੱਥੇ ਆ ਕੇ ਪਹੁੰਚ ਗਏ। ਹੁਣ ਵੀ ਬਹੁਤ ਭਰਾਵਾਂ ਨਾਲ ਹਲੇ ਵੀ ਗੱਲਬਾਤ ਹੁੰਦੀ ਆ ਫੋਨਾਂ ਦੇ ਉੱਤੇ। ਉਹ ਕਿਤੇ ਨਾ ਕਿਤੇ ਬਾਰਡਰ ਰੈਸਟ੍ਰਿਕਸ਼ਨਸ ਕਰਕੇ ਫਸੇ ਹੋਏ ਨੇ, ਉੱਥੇ ਨਹੀਂ ਆ ਸਕਦੇ ਜਾਂ ਫਿਰ ਕੰਮਾਂ ਕਾਰਾਂ ਦੇ ਦਾ ਹੁੰਦਾ, ਪਰ ਹਰ ਤਰ੍ਹਾਂ ਦੀ ਸਪੋਰਟ ਕਰ ਰਹੇ ਨੇ ਉਹ ਉੱਧਰੋਂ ਬੈਠੇ, ਚਾਹੇ ਉਹ ਟਵਿੱਟਰ ਦੇ ਉੱਤੇ ਹੋਵੇ, ਚਾਹੇ ਫੰਡਿੰਗ ਕਰਕੇ ਹੋਵੇ, ਕੁਝ ਵੀ ਹੋਵੇ, ਉਹ ਸਹਿਯੋਗ ਪੂਰਾ ਜੀ। ਬਿਲਕੁਲ, ਗੱਲ ਕਰਦੇ ਟਰੈਕਟਰ ਤੋਂ ਅਸੀਂ ਟਵਿੱਟਰ ਤੇ ਆ ਗਏ ਆ, ਹਨਾ, ਕਿਉਂਕਿ ਅੱਜ ਸਾਰੇ ਹੈਸ਼ਟੈਗ ਸਾਰੇ ਆਪਣੇ ਕਿਸਾਨਾਂ ਦੇ ਲਈ ਸ਼ੁਰੂ ਹੋਏ ਨੇ। ਉਦੋਂ ਦੇਖਦੇ ਹੋ, ਉਦੋਂ ਮਨ 'ਚ ਤਸਵੀਰ ਕਿਵੇਂ ਦੀ ਬਣਦੀ ਹੈ?
ਜੀ ਬਹੁਤ ਖੁਸ਼ੀ ਮਿਲਦੀ ਹੈ। ਇੱਕ ਤਾਂ ਆਪਣੇ ਲੋਕ ਇੱਥੇ ਇਨ ਪਰਸਨ ਪ੍ਰੈਜ਼ੈਂਟ ਹੈ, ਇੱਥੇ ਸੰਘਰਸ਼ ਕਰ ਰਹੇ ਆ, ਤੇ ਜਿਹੜੇ ਸਾਡੇ ਵੀਰ ਭਰਾ ਆਈਟੀ ਨਾਲ ਰਿਲੇਟਡ ਹੈ ਜਾਂ ਪੜ੍ਹੇ ਲਿਖੇ ਲੋਕ ਆ, ਇੰਜੀਨੀਅਰ ਮੁੰਡੇ ਆ, ਉਹ ਬਾਹਰ ਵਿਦੇਸ਼ਾਂ 'ਚ ਬੈਠੇ ਜਿਹੜੇ ਇੱਥੇ ਆ ਨਹੀਂ ਸਕਦੇ, ਉਹ ਟਵਿੱਟਰ ਤੇ ਸਪੋਰਟ ਕਰ ਰਹੇ ਆ, ਹੈਸ਼ਟੈਗ ਨੂੰ ਟ੍ਰੈਂਡ ਕਰ ਰਹੇ ਆ। ਹੈਸ਼ਟੈਗ ਟ੍ਰੈਂਡ ਹੋਣ ਨਾਲ ਕੀ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਦੀ ਅਟੈਂਸ਼ਨ ਮਿਲਦੀ ਹੈ, ਨੈਸ਼ਨਲ ਇੰਟਰਨੈਸ਼ਨਲ ਪੋਲੀਟੀਸ਼ੀਅਨਸ ਦਾ, ਵੱਡੇ ਹਸਤੀਆਂ ਦੀ ਅਟੈਂਸ਼ਨ ਮਿਲਦੀ ਹੈ। ਇੱਥੇ ਦੀਆਂ ਹਸਤੀਆਂ ਔਰ ਇੱਥੇ ਦੇ ਬਾਲੀਵੁੱਡ ਦੇ ਸਿਤਾਰੇ ਤਾਂ ਅੱਖਾਂ ਬੰਦ ਕਰਕੇ ਸੌਂ ਗਏ, ਕੋਈ ਗੋਲੀ ਖਾ ਕੇ ਉਹ ਤਾਂ ਉੱਠੇ ਨਹੀਂ ਹੈਗੇ। 2 ਮਹੀਨੇ ਦਾ ਕਿਸਾਨ ਸੰਘਰਸ਼ ਕਰ ਰਹੇ, ਪਹਿਲਾਂ ਪੰਜਾਬ ਕਰ ਰਹੇ ਸੀ, ਹੁਣ ਦਿੱਲੀ ਬੈਠੇ ਆ, ਉਹ ਤਾਂ ਸੁੱਤੇ ਹੀ ਨਹੀਂ, ਕੋਈ ਨੀਂਦ ਜਾਗੇ ਹੋਏ ਆ ਗੂੜੀ, ਉਹ ਤਾਂ ਉੱਠੇ ਨਹੀਂ। ਲੇਕਿਨ ਬਿਕੋਜ਼ ਸਾਡੇ ਭਰਾਵਾਂ ਨੇ ਆ ਜਿਹੜੇ ਟਵਿੱਟਰ ਤੇ ਜਿਹੜੇ ਪ੍ਰੋਜੈਕਟ ਚਲਾਏ ਜਾਂ ਫੇਸਬੁੱਕਾਂ ਤੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਹੜੀ ਅਸੀਂ ਜਾਗਰੂਕਤਾ ਫੈਲਾਈ ਹੈ, ਇੱਕ ਤਾਂ ਅਸੀਂ ਲੋਕਾਂ ਨੂੰ ਸਮਝਾਉਣ 'ਚ ਕਾਮਯਾਬ ਹੋਏ ਹਾਂ ਕਿ ਬਿੱਲਾਂ ਦੀਆਂ ਪ੍ਰੋਬਲਮਸ ਕੀ ਨੇ, ਕਿ ਕਿਉਂ ਇਹ ਬਿੱਲ ਨਹੀਂ ਲਾਗੂ। ਉੱਤੋਂ ਦੀ ਇੰਟਰਨੈਸ਼ਨਲ ਮੀਡੀਆ ਦੀ ਸਾਨੂੰ ਅਟੈਂਸ਼ਨ ਮਿਲੀ ਹੈ, ਇੰਟਰਨੈਸ਼ਨਲ ਪੋਲੀਟੀਸ਼ੀਅਨ, ਇੰਟਰਨੈਸ਼ਨਲ ਕਮਿਊਨਿਟੀ ਦੀ ਅਟੈਂਸ਼ਨ ਮਿਲੀ ਹੈ, ਤਾਂ ਕਿ ਇੱਥੇ ਕੋਈ ਮਾੜੀ ਘਟਨਾ ਨਾ ਵਾਪਰੇ, ਕੋਈ ਸਰਕਾਰ ਕੋਈ ਗਲਤ ਹੱਥਕੰਡੇ ਨਾ ਅਪਣਾ ਸਕੇ। ਜੇ ਅਟੈਂਸ਼ਨ ਨਾ ਹੋਏ ਤਾਂ ਫਿਰ ਪੁਰਾਣੇ ਸਮਿਆਂ 'ਚ ਸਰਕਾਰਾਂ ਧੱਕਾ ਕਰਦੀਆਂ ਆਈਆਂ, ਉਹ ਹੋ ਸਕਦਾ ਸੀ। ਸੋ ਜਿਹੜੇ ਸਾਡੇ NRI ਵੀਰ ਭਰਾ ਜਾਂ ਜਿਹੜੇ ਬਾਹਰ ਬੈਠੇ ਜਾਂ ਹੋਰ ਵੀ ਜਿਹੜੇ ਇੰਟਰਨੈਟ ਨਾਲ ਰਿਲੇਟਡ ਕਨੈਕਟਡ ਨੇ, ਅੱਜ ਮੈਨੂੰ ਲੱਗਦਾ ਇੱਥੇ ਬੱਚਾ ਇੰਟਰਨੈਟ ਨਾਲ ਕਨੈਕਟਡ ਆ, ਤੇ ਆਪਾਂ ਜਿੰਨਾ ਵੀ ਇਹਨੂੰ ਹੋਰ ਵਧਾਵਾਂਗੇ, ਹੋਰ ਇੰਟਰਨੈਟ ਤੇ ਸ਼ੇਅਰ ਕਰਾਂਗੇ, ਹੈਸ਼ਟੈਗਾਂ ਨੂੰ ਟ੍ਰੈਂਡ ਕਰਾਂਗੇ, ਓਨਾ ਹੀ ਸਾਨੂੰ ਹੋਰ ਸਮਰਥਨ ਇੰਟਰਨੈਸ਼ਨਲੀ ਮਿਲੇਗਾ। ਉਹ ਫॉर द ਰਾਈਟ ਕਾਜ਼ ਹੈ। ਜੇ ਰਾਈਟ ਕਾਜ਼ ਨਾ ਹੁੰਦਾ ਤਾਂ ਇੰਨੇ ਲੋਕ ਇਕੱਠੇ ਨਾ ਹੁੰਦੇ। ਸਰਕਾਰਾਂ ਜੇ ਕਰਨਾ ਚਾਹਣ ਬੜਾ ਕੁਝ ਕਰ ਸਕਦੀਆਂ ਸੀ, ਬੜਾ ਕੁਝ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਲੋੜ ਹੈ, ਕਿਸਾਨੀ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਲੋੜ ਹੈ। ਸਾਡੇ ਕੋਲਡ ਸਟੋਰੇਜ ਦੇ ਵਿੱਚ 50% ਕਪੈਸਿਟੀ ਜਿਹੜੀ ਹੋਣੀ ਚਾਹੀਦੀ ਆ। 50,000 ਕਰੋੜ ਦਾ ਫੂਡ ਵੇਸਟ ਹੁੰਦਾ ਹਰ ਸਾਲ ਇਸ ਇੰਡੀਆ ਦੇ ਵਿੱਚ, ਉਹਦੇ ਬਾਰੇ ਕੋਈ ਵਿਚਾਰ ਨਹੀਂ ਕਰਦਾ। ਉਹਦੀ ਪ੍ਰੋਸੈਸਿੰਗ ਕਰਨੀ ਜਾਂ ਉਹ ਕਿੱਦਾਂ ਫੂਡ ਗ੍ਰੇਨ ਨੂੰ ਸਾਂਭੇ, ਉਹਦੀ ਕੋਈ ਸਾਂਭ ਸੰਭਾਲ ਨਹੀਂ। ਇਹ ਤਾਂ ਉਹ ਹਾਲ ਹੈ ਮੋਦੀ ਸਾਹਿਬ ਦਾ ਕਿ ਜੇ ਅਸੀਂ ਡੰਗਰਾਂ ਦੀ ਸਾਈਡ ਤੇ ਕੋਈ ਹਵੇਲੀ ਪਾਈ ਹੁੰਦੀ ਹੈ ਤੇ ਉੱਥੇ ਬਹੁਤ ਗੰਦ ਪੈ ਗਿਆ, ਇਹਨੂੰ ਵੇਚ ਦਿਓ ਯਾਰ, ਇੱਥੇ ਬਹੁਤ ਗੰਦ ਪੈ ਗਿਆ, ਇਹਨੂੰ ਵੇਚ ਦਿਓ। ਅਸੀਂ ਜੇ ਵੇਚੀ ਜਾਵਾਂਗੇ ਤਾਂ ਇੱਕ ਦਿਨ ਸਾਰਾ ਦੇਸ਼ ਵਿਕ ਜਾਏਗਾ। ਉਹਨੂੰ ਠੀਕ ਕਰਨਾ, ਉਹਨੂੰ ਸਾਫ਼ ਕਰਨਾ, ਉਹਦਾ ਰੱਖ ਰਖਾਵ ਕਰਨਾ, ਇਹ ਸਰਕਾਰਾਂ ਦਾ ਕੰਮ ਹੁੰਦਾ। ਸਰਕਾਰਾਂ ਦਾ ਕੰਮ ਇਹ ਨਹੀਂ ਹੁੰਦਾ ਕਿ ਭਾਸ਼ਣ ਦੇਣੇ ਤੇ ਮਨ ਕੀਆਂ ਬਾਤਾਂ ਕਰਨ। ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੀ ਭਲਾਈ ਲਈ ਕੰਮ ਕਰਨ। ਲੋਕਾਂ ਦੀ ਜਿਹੜੀ ਚੀਜ਼ਾਂ ਐਗਜ਼ਿਸਟਿੰਗ ਪਬਲਿਕ ਸੈਕਟਰ ਸਟਰੋਂਗ ਸੀਗਾ, ਬੜੀ ਸਾਰੀ ਜਿਹੜੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪਸ ਨਾਲ ਵੀ ਚੀਜ਼ਾਂ ਚੱਲੀਆਂ। ਅੱਜ ਦੀ ਡੇਟ 'ਚ ਅਸੀਂ ਦੇਖ ਰਹੇ ਹਾਂ ਓਵਰਆਲ ਸਾਰੀ ਚੀਜ਼ਾਂ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ, ਬਿਕੋਜ਼ ਰੱਖ ਸੰਭਾਲ ਕਰ ਨਹੀਂ ਸਕਦੇ, ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਕੰਮ ਕਰਨਾ ਨਹੀਂ, ਸਿਰਫ ਰਾਜਨੀਤੀ ਖੇਡਣੀ ਹੈ, ਧਰਮ ਦੀ ਰਾਜਨੀਤੀ, ਡਿਵੀਜ਼ਨ ਦੀ ਰਾਜਨੀਤੀ, ਪੋਲਰਾਈਜੇਸ਼ਨ ਦੀ ਰਾਜਨੀਤੀ। ਉਸ ਚੱਕਰ 'ਚ ਫਿਰ ਉਹਨਾਂ ਦਾ ਸਾਰਾ ਧਿਆਨ ਉੱਧਰ ਲੱਗ ਜਾਂਦਾ ਹੈ, ਇਨਫਰਾਸਟ੍ਰਕਚਰ ਔਰ ਡਿਵੈਲਪਮੈਂਟ ਦੇ ਵੱਲ ਧਿਆਨ ਹੀ ਨਹੀਂ। ਇਸ ਕਰਕੇ ਇਹੋ ਜਿਹੀਆਂ ਕਾਲੇ ਕਾਨੂੰਨ ਲੈ ਕੇ ਆਉਂਦੇ ਆ, ਤਾਂ ਹੀ ਇਹੋ ਜਿਹਾ ਰੋਸ ਦੇਖਣ ਨੂੰ ਮਿਲਦਾ। ਇਹ ਆਵਾਜ਼ ਜਸਟਿਨ ਟਰੂਡੋ ਤੱਕ ਪਹੁੰਚ ਗਈ, ਤੁਹਾਡੇ ਤੱਕ ਪਹੁੰਚ ਗਈ, ਪ੍ਰਧਾਨ ਮੰਤਰੀ ਤੱਕ ਕਿਉਂ ਨਹੀਂ ਪਹੁੰਚ ਰਹੀ? ਮੈਮ ਐਕਚੁਅਲ 'ਚ ਨਾ ਉਹਨਾਂ ਤੱਕ ਪਹੁੰਚੀ ਵੀ ਆ, ਪਰ ਗੱਲ ਇਹ ਆ ਵੀ ਇਹ ਬੜਾ ਵੱਡਾ ਚੱਕਰ ਆ ਜੀ। ਉਹ ਪ੍ਰਧਾਨ ਮੰਤਰੀ ਜੀ ਨਾ ਹੀ ਇੱਕ ਜਿਹੜੇ ਕਿਸਾਨ ਨੇ ਉਹਨਾਂ ਦਾ ਲੱਕ ਤੋਂ ਤੋੜਨਾ ਹੀ ਚਾਹੁੰਦੇ ਨੇ, ਇਸ ਸੰਵਿਧਾਨ ਨੂੰ ਬਾਈਪਾਸ ਵੀ ਕਰਨਾ ਚਾਹੁੰਦੇ ਨੇ। ਜੇ ਟੈਕਨੀਕੈਲਿਟੀ 'ਤੇ ਜਾਈਏ ਤੇ ਉਹ ਐਗਰੀਕਲਚਰ ਨੂੰ ਸਟੇਟ ਲਿਸਟ 'ਚੋਂ ਕੱਢ ਕੇ ਇੱਕ ਆਪਣੇ ਕੌਨਕਰੈਂਟ ਲਿਸਟ 'ਚ ਪਾਉਣਾ ਚਾਹੁੰਦੇ ਨੇ। ਤੇ ਜੇ ਇਹ ਪੈ ਗਿਆ, ਇਹ ਕਾਨੂੰਨ ਲਾਗੂ ਹੋ ਗਿਆ, ਤੇ ਹੌਲੀ ਕੱਢ ਕੇ ਇਹਨਾਂ ਨੇ ਜੋ ਵੀ ਸਟੇਟਾਂ ਦੇ ਹੱਕ ਨੇ ਉਹ ਸਾਰੇ ਆਪਣੇ ਕੋਲ ਲੈ ਆਉਣੇ ਆ, ਤੇ ਉਹ ਫਿਰ ਕਾਰਪੋਰੇਟ ਘਰਾਣਿਆਂ ਦੇ ਲਈ ਉਹਨਾਂ ਨੇ ਬਹਿ ਕੇ ਕਾਨੂੰਨ ਬਣਾਇਆ ਕਰਨਗੇ। ਗੱਲ ਕਰ ਲੈਂਦੇ ਜਸਟਿਨ ਟਰੂਡੋ ਹੁਣ ਜਦੋਂ ਆਪਣਾ ਮੁੱਦਾ ਚੱਕਿਆ ਸੀ ਕਿ ਹਾਂਜੀ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ ਆ, ਉਦੋਂ ਤੁਸੀਂ ਉੱਥੇ ਸੀਗੇ ਹਨਾ। ਤੁਸੀਂ ਜਦੋਂ ਆਪਣੇ ਉੱਥੋਂ ਦੇ ਪ੍ਰਧਾਨ ਮੰਤਰੀ ਦਾ ਬਿਆਨ ਸੁਣਦੇ ਹੋ, ਇਧਰੋਂ ਸਾਡੇ ਪ੍ਰਧਾਨ ਮੰਤਰੀ ਦਾ ਬਿਆਨ ਸੁਣਦੇ ਹੋ, ਤਾਂ ਕੀ ਫਰਕ ਕੀ ਮਹਿਸੂਸ ਹੁੰਦਾ ਹੈ ਉਦੋਂ? ਦੇਖੋ ਜੀ, ਮੈਂ ਇੱਕ ਐਗਜ਼ਾਮਪਲ ਦਊਂਗਾ। ਕਰੋਨਾ ਕਾਲ ਦੇ ਵੇਲੇ ਜਦੋਂ ਕਰੋਨਾ ਸਟਾਰਟ ਹੋਇਆ ਸੀ ਨਾ, ਤੇ ਹੁਣ ਅਸੀਂ ਇੱਥੋਂ ਹੀ ਗਏ ਹਾਂ, ਅਸੀਂ ਇੰਡੀਆ ਨੂੰ ਰਿਸਪੈਕਟ ਕਰਦੇ ਹਾਂ, ਬਿਲਕੁਲ ਇੰਡੀਅਨ ਸਿਟੀਜ਼ਨ। ਅੱਜ ਦੀ ਡੇਟ ਵੀ ਸਾਡਾ ਪਾਸਪੋਰਟ ਉਹੀ ਹੈ, ਲੇਕਿਨ ਕੈਨੇਡਾ ਰਹਿੰਦੇ ਸੀ, ਉਹਦਾ ਸਿਸਟਮ ਵੀ ਦੇਖਦੇ, ਇੱਥੇ ਦਾ ਸਿਸਟਮ ਵੀ ਦੇਖਦੇ। ਉੱਥੇ ਦੇ ਪ੍ਰਧਾਨ ਮੰਤਰੀ ਆਇਆ, ਉਹਨੇ ਆ ਕੇ ਦੱਸਿਆ ਜੀ ਸਾਡੇ ਕੋਲ ਕਿੰਨੀਆਂ ਮਸ਼ੀਨਾਂ, ਸਾਡੇ ਕੋਲ ਕਿੰਨੇ ਬੰਦੇ ਆ, ਅਸੀਂ ਕਿੰਨਾ ਪੈਸਾ ਸਪੈਂਡ ਕਰਾਂਗੇ, ਜਿਹੜੇ ਲੋਕਾਂ ਦੀ ਨੌਕਰੀਆਂ ਚਲੇ ਗਈਆਂ ਅਸੀਂ ਕਿੱਦਾਂ ਸਪੋਰਟ ਕਰਾਂਗੇ, ਜਿਹੜੇ ਲੋਕਾਂ ਕੰਮ ਨਹੀਂ ਕਰ ਰਹੇ ਜਾਂ ਤੁਸੀਂ ਸੋਸ਼ਲ ਡਿਸਟੈਂਸਿੰਗ ਕਰਨੀ ਹੈ ਤੁਹਾਨੂੰ ਕਿੱਦਾਂ ਸਪੋਰਟ ਕਰਾਂਗੇ, ਘਰੇ ਬੈਠੋ, ਬਾਹਰ ਨਾ ਨਿਕਲੋ, ਹਸਪਤਾਲਾਂ ਦਾ ਕੀ ਹਾਲ ਹੈ, ਕਿੰਨੇ ਬੈੱਡਾਂ ਦੀ ਕੈਪੈਸਿਟੀ ਹੈ। ਸਾਡੇ ਇੱਥੇ ਜੀ ਸੁਣਿਆ ਕਰੋਨਾ ਦਾ ਅਸੀਂ ਲੈਕਚਰ, ਤੇ ਮੈਂ ਬੜੀ ਵੱਡੀ ਪੋਸਟ ਪਾਈ ਸੀ, ਸਾਡੇ ਕਹਿੰਦੇ ਜੀ ਤਾਲੀਆਂ ਵਜਾਓ ਤੇ ਥਾਲੀਆਂ ਵਜਾਓ। ਜੇ ਤਾਲੀਆਂ ਨਾਲ ਕਰੋਨਾ ਭੱਜਦਾ ਹੁੰਦਾ ਤੇ ਸਾਰੇ ਦੁਨੀਆ ਦੇ ਵਿੱਚ ਤਾਲੀਆਂ ਨਾ ਵਜਾਉਂਦੇ ਜੀ। ਸੋ ਸਾਇੰਟੀਫਿਕ ਗੱਲਾਂ ਕਰਨੀਆਂ ਚਾਹੀਦੀਆਂ, ਕੋਈ ਲੌਜਿਕ ਤੇ ਕੋਈ ਨੰਬਰਸ ਦੀ ਗੱਲ ਕਰੋ, ਕੋਈ ਇਨਫੋਰਮੇਸ਼ਨ ਸ਼ੇਅਰ ਕਰੋ ਲੋਕਾਂ ਨਾਲ, ਤੁਹਾਡੀ ਕੀ ਤਿਆਰੀ ਹੈ। ਸਰਕਾਰ ਦੀ ਸਾਡਾ ਜਿਹੜਾ ਦੁਖਾਂਤ ਹੈ ਜੀ, ਜਿਹੜੀ ਇਸ ਟਾਈਮ ਦੀ ਸਮੇਂ ਦੀ ਸੈਂਟਰ ਸਰਕਾਰ ਹੈ, ਉਹਨੂੰ ਕਿਸੇ ਚੀਜ਼ ਦੀ ਇਨਫੋਰਮੇਸ਼ਨ ਪੁੱਛ ਲਓ। ਅੱਜ ਦੀ ਡੇਟ ਸਭ ਤੋਂ ਜ਼ਿਆਦਾ ਪ੍ਰੋਬਲਮ ਇਨਫੋਰਮੇਸ਼ਨ ਆਈਟੀ ਦੀ, ਆਪਾਂ ਕਹਿੰਦੇ ਆਈਟੀ ਦਾ ਦੌਰ ਹੈ, ਇਨਫੋਰਮੇਸ਼ਨ ਟੈਕਨੋਲੋਜੀ। ਸਾਡੀ ਸਰਕਾਰ ਕੋਲ ਇਨਫੋਰਮੇਸ਼ਨ ਹੀ ਨਹੀਂ ਹੁੰਦੀ। ਜੇ ਫੰਡਿੰਗ ਆਈ ਕਿੱਥੇ ਗਈ ਪਤਾ ਨਹੀਂ, ਜੇ ਲੋਕ ਉੱਠ ਕੇ ਬਾਹਰ ਗਏ, ਦੂਜੇ ਕੀ ਕਹਿੰਦੇ ਆ ਸ਼ਹਿਰਾਂ 'ਚ ਗਏ, ਪਿੰਡਾਂ 'ਚ ਗਏ, ਗਰੀਬ ਲੋਕ ਤੁਰ ਕੇ, ਉਹ ਕਿੰਨੇ ਬੰਦੇ ਗਏ ਪਤਾ ਨਹੀਂ, ਕੁਛ ਪੁੱਛ ਲਓ ਪਤਾ ਨਹੀਂ। ਸਿਰਫ ਇਹ ਪਤਾ ਹੈ ਕਿ ਕਾਲੇ ਕਾਨੂੰਨ ਕਿੱਦਾਂ ਲੈ ਕੇ ਆਣੇ ਤੇ ਕਾਰਪੋਰੇਟਾਂ ਦੀ ਜੇਬਾਂ ਕਿੱਦਾਂ ਭਰਨੀਆਂ ਤੇ ਕਿੱਦਾਂ ਕਿਸਾਨ ਦਾ ਸ਼ੋਸ਼ਣ ਕੀਤਾ ਜਾ ਸਕਦਾ, ਇਹ ਪਤਾ ਉਹਨਾਂ ਨੂੰ। ਹੋਰ ਕੋਈ ਇਨਫੋਰਮੇਸ਼ਨ ਉਹਨਾਂ ਕੋਲ ਨਹੀਂ ਹੈ। ਸੋ ਅਸੀਂ ਜਦੋਂ ਸੁਣਦੇ ਹਾਂ ਸਾਨੂੰ ਤਾਂ ਬਹੁਤ ਦੁੱਖ ਲੱਗਦਾ ਜੀ ਕਿ ਅਸੀਂ ਇੰਡੀਆ ਤੋਂ ਆਉਂਦੇ ਲੋਕ ਸਾਨੂੰ ਸਵਾਲ ਕਰਦੇ ਵੀ ਤੁਹਾਡਾ ਪ੍ਰਧਾਨ ਮੰਤਰੀ ਕੀ ਥਾਲੀਆਂ ਦੀਆਂ ਗੱਲਾਂ ਕਰ ਰਹੇ ਆ, ਧਰਮਾਂ ਦੀਆਂ ਜਾਂ ਵੰਡ ਪਾਉਣ ਦੀਆਂ ਗੱਲਾਂ ਕਰ ਰਹੇ, ਕੋਈ ਲੌਜੀਕਲ ਗੱਲ, ਡਿਵੈਲਪਮੈਂਟ ਦੀ ਗੱਲ, ਇਨਫਰਾਸਟ੍ਰਕਚਰ ਦੀ ਗੱਲ ਕਿਉਂ ਨਹੀਂ ਕਰਦੇ? ਕਦੇ ਨਹੀਂ ਕੀਤੀ। ਹਲੇ ਵੀ ਆ ਕੇ ਉਹੀ ਆਪਣੇ ਰੱਟੇ ਲਾ ਕੇ ਚਲੇ ਜਾਂਦੇ ਆ, ਜੁਮਲੇ ਛੱਡ ਜਾਂਦੇ ਆ, 15 ਲੱਖ ਖਾਣਗੇ, ਜੇ ਹੋਏਗਾ ਉਹ ਹੋਏਗਾ, ਉਹ ਹੁੰਦਾ ਕਦੇ ਕੁਝ ਹੈ ਨਹੀਂ। ਉਬਾਲੇ ਮਾਰਦਾ ਖੂਨ ਹੈ। ਆ ਗੱਲਾਂ ਸੁਣ ਕੇ ਪਤਾ ਲੱਗ ਰਿਹਾ ਕਿ ਵਾਕਈ ਇਹਨਾਂ ਦੇ ਅੰਦਰ ਕਿੰਨਾ ਜੋਸ਼ ਹੈ। ਬਾਪੂ ਜੀ ਤੁਸੀਂ ਇੱਥੇ ਆਏ ਹੋ, ਕੈਨੇਡਾ ਤੋਂ ਆਏ ਹੋ ਜੀ ਤੁਸੀਂ ਵੀ? ਹਾਂ ਜੀ, ਬਾਪੂ ਜੀ ਦੀ ਦਾੜੀ ਵੈਸੇ ਚਿੱਟੀ ਹੈ ਜੀ।
45 ਸਾਲ ਦੀ ਉਮਰ ਹੈ, ਇੰਟਰਨੈਸ਼ਨਲ ਹਾਕੀ ਪਲੇਅਰ ਹੈ ਜੀ। ਤੁਸੀਂ ਗੱਲ ਕੀਤੀ ਵੀ ਮੋਦੀ ਸਾਹਿਬ ਨੂੰ ਸੁਣਦਾ ਨਹੀਂਗਾ। ਜਿਸ ਭਾਸ਼ਾ ਨਾਲ ਇਹਨਾਂ ਨੇ ਸਮਝਾਇਆ ਵਿਚਾਰਿਆਂ ਨੇ, ਸਾਡੇ ਵੀਰਾਂ ਨੇ, ਮੈਂ ਦੂਜੀ ਭਾਸ਼ਾ ਨਾਲ ਸਮਝਾਉਣਾ ਚਾਹੁੰਦਾ, ਸੁਣਦਾ ਹੈਗਾ ਵਿਚਾਰੇ ਨੂੰ। ਅਮਿਤ ਸ਼ਾਹ ਨੇ ਉਹਦੇ ਕੰਨ ਬੰਦ ਕੀਤੇ ਹੋਏ ਆ, ਇਸ ਕਰਕੇ ਉਹਨੂੰ ਸੁਣ ਨਹੀਂ ਦਿੰਦਾ ਉਹ। ਬਾਕੀ ਗੱਲ ਇਹ ਹੈ ਜੀ ਵੀ ਬੜਾ ਦੁੱਖ ਲੱਗਦਾ ਹੈ ਵੀ ਜਿਨ੍ਹਾਂ ਨੇ ਫਾਲੇ ਸਿੱਧੇ ਕਰ ਕਰਕੇ ਕਣਕਾਂ ਬੀਜੀਆਂ ਨੇ, ਜਿਨ੍ਹਾਂ ਨੇ ਉਰੇ ਸਿੱਧੇ ਕਰ ਕਰਕੇ ਜ਼ਮੀਨਾਂ ਬਣਾਈਆਂ ਨੇ, ਤੇ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਖੋਹਣ ਲੱਗੇ ਹੋ। ਇਹ ਨਹੀਂ ਹੋਣਾ। ਇਹ ਜਿਹੜਾ ਸਿਸਟਮ ਹੈ, ਤੁਸੀਂ ਹਿੰਦੂ ਮੁਸਲਮਾਨ ਸਿੱਖ ਇਸਾਈ 'ਚ ਵੰਡ ਦਿਓ, ਪਰ ਇਹ ਹੁਣ ਵੰਡੇ ਨਹੀਂ ਜਾਣੇ। ਇਹ 2021 ਆ ਗਿਆ ਹੁਣ। ਇਹ ਜਿਹੜਾ ਗਾਂ ਵਾਲਾ ਸਿਸਟਮ ਆਉਣਾ ਹੁਣ ਲੋਕਾਂ 'ਚ, ਉਹ ਹੋਰ ਵਧੀਆ ਆਉਣਾ। ਇੱਕ ਤੁਹਾਡੇ ਦਿਮਾਗ 'ਚ ਹੋਰ ਕੱਢ ਦਈਏ ਵੀ ਪੰਜਾਬੀ ਇੰਗਲਿਸ਼ ਕਿਵੇਂ ਬੋਲਦੇ ਆ, ਕਿਸਾਨ ਇੰਗਲਿਸ਼ ਕਿਵੇਂ ਬੋਲਦੇ ਆ। ਉਹ ਭਾਈ ਐਵਰੀਬਾਡੀ ਨੋਜ਼ ਇੰਗਲਿਸ਼, ਫ੍ਰੈਂਚ, ਸਪੈਨਿਸ਼। ਇਹ ਜਿਹੜੇ ਪੰਜਾਬੀ ਹੈ ਵਰਲਡ ਦੇ ਹਰੇਕ ਕੋਨੇ 'ਚ ਨੇ। ਜੇ ਤੁਸੀਂ ਸਪੈਨਿਸ਼ ਬੋਲੋਗੇ, ਸਪੈਨਿਸ਼ 'ਚ ਆ ਜਾਂਦੇ ਨੇ। ਥੋੜਾ ਚਾਈਨਾ ਨਾਲ ਰੌਲਾ ਚੱਲਦਾ, ਚਾਈਨੀਜ਼ ਵੀ ਵਧੀਆ ਬੋਲਦੇ ਨੇ। ਇਹ ਭਾਸ਼ਾ ਨਹੀਂ, ਹਰੇਕ ਭਾਸ਼ਾ ਬੋਲਦਾ ਪੰਜਾਬੀ। ਇਹ ਇਕੱਲੀ ਕੌਮ ਇੱਕੋ ਹੈ ਕੌਮ ਜਿਹਨੂੰ ਸਾਰੀਆਂ ਭਾਸ਼ਾ ਆਉਂਦੀਆਂ ਨੇ। ਕੋਈ ਤਾਂ ਇਕੱਲਾ ਹਿੰਦੀ ਬੋਲਦਾ, ਕੋਈ ਇਕੱਲਾ ਉਰਦੂ ਬੋਲਦਾ, ਪੰਜਾਬੀ ਸਾਰੀਆਂ ਭਾਸ਼ਾ ਬੋਲਦਾ। ਕਿਉਂਕਿ ਗੁਰੂ ਮਹਾਰਾਜ ਨੇ ਜਿਹੜੇ ਸ਼ਬਦ ਸਾਡੇ ਨੂੰ ਦਿੱਤੇ ਹੋਏ ਨੇ, ਨਾਣਾ ਪਾਇਆ ਜਿਹੜਾ ਵਿੱਚ, ਉਹ ਨਾਣਾ ਸਾਰੀਆਂ ਭਾਸ਼ਾ ਨੂੰ ਬੜੀ ਛੇਤੀ ਸਿਖਾ ਦਿੰਦਾ। ਸਭ ਤੋਂ ਵੱਡੀ ਚੀਜ਼ ਹੈ ਜਿਹੜੀ। ਬਾਕੀ ਹਰੇਕ ਬੰਦੇ ਨੂੰ ਸ਼ਬਦ ਗੁਰੂ ਨਾਲ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲ ਜੁੜਨਾ ਚਾਹੀਦਾ ਹੈ। ਜੇ ਤੁਸੀਂ ਉਹਦੇ ਨਾਲ ਜੁੜੋਗੇ, ਤੁਹਾਡੀਆਂ ਖੁਆਰੀਆਂ ਘੱਟ ਹੋਣਗੀਆਂ। ਤੇ ਨਹੀਂ, ਜੇ ਘੱਟ ਜੁੜੋਗੇ, ਜੇ ਤੁਸੀਂ ਇੱਕ ਸੁਣੋ, ਜੇ ਤੁਸੀਂ ਸਕੂਲ ਜਾਂਦੇ ਹੋ, ਜੇ ਤੁਹਾਨੂੰ ਟੀਚਰ ਕਹਿੰਦਾ ਵੀ ਇਹ ਬੁੱਕ ਤੁਸੀਂ ਪੜ੍ਹੋਗੇ ਤੇ ਦੈਨ ਯੂ ਪਾਸ। ਯਾਰ ਜੇ ਸਾਰੀ ਉਮਰ 'ਚ ਜੇ ਤੁਸੀਂ ਪਾਸ ਹੋਣਾ ਤੇ ਜੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓਗੇ ਤੇ ਸਾਰੇ ਜੀਵਨ 'ਚੋਂ ਪਾਸ ਹੋ ਜਾਓਗੇ। ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਨਹੀਂਗੇ, ਅਸੀਂ ਸੁਣਦੇ ਹਾਂ। ਅਸੀਂ ਸੁਣਨ ਚਲੇ ਜਾਂਦੇ ਹਾਂ, ਕਿਤੇ ਜਾ ਕੇ ਧੌਣ ਨੀਵੀਂ ਕਰਕੇ ਬਹਿ ਜਾਂਦੇ ਹਾਂ। ਪਰ ਮੈਂ ਰਿਕੁਐਸਟ ਕਰਨੀ ਚਾਹੁੰਦਾ ਵੀਰੋ, ਪੰਜਾਬੀਓ, ਕਿਸਾਨੋ, ਬੜੇ ਸ਼ਹਾਦਤਾਂ ਆਤੀਆਂ ਨੇ, ਬੜਾ ਖੂਨ ਗਰਮ ਹੈ ਆਪਣਾ, ਪਰ ਸਾਰਿਆਂ ਨੂੰ ਗੁਰੂ ਸ਼ਬਦ ਨਾਲ ਜੁੜਿਆ ਕਰੋ। ਹੁਣ ਤੁਸੀਂ ਕਹੋਗੇ ਵੀ ਇਹ ਵੀਰ ਆਏ ਕਿਸਾਨੀ ਦੇ ਉੱਤੇ ਹੈ, ਪਰ ਕਿਸਾਨੀ ਸਾਡੀ ਗੁਰੂ ਸ਼ਬਦ ਤੋਂ ਸਟਾਰਟ ਹੁੰਦੀ ਹੈ। ਸਾਡੇ ਪਹਿਲੇ ਗੁਰੂ ਜਿਹੜੇ ਸਾਡੇ ਪੋਸਟਰ ਵੇਖਣੇ ਬਲਦ ਲੱਗੇ ਹੋਏ ਸੀਗੇ, ਇਹਨਾਂ ਬਲਦਾਂ ਨਾਲ ਖੇਤੀ ਕੀਤੀ ਉਹਨਾਂ ਨੇ, ਰਾਈਟ। ਇਸ ਲਈ ਸਾਡੇ ਗੁਰੂਆਂ ਦੇ ਸੰਦਰਭ ਦੇ ਵਿੱਚ ਚੱਲਦੇ ਹੋਏ ਬੜੀ ਖੁਸ਼ੀ ਹੁੰਦੀ ਹੈ। ਜਿਵੇਂ ਲੰਗਰ ਲੱਗੇ ਹੋਏ ਨੇ, ਬੜੇ ਡੈਡੀਕੇਟਡ ਨੇ। ਇੱਥੇ ਕੋਈ ਪੁਲਿਸ ਨਹੀਂ ਲੱਗੀ ਹੋਈ ਡਿਸਿਪਲਿਨ ਸਿਖਾਉਣ ਵਾਸਤੇ, ਸਾਰੇ ਆਪ ਹੀ ਨੇ ਜਿਨ੍ਹਾਂ ਨੂੰ ਤੁਸੀਂ ਅਨਐਜੂਕੇਟਡ ਦੱਸਦੇ ਹੋ। ਪਿੱਛੇ ਜੇ ਮੁੰਡਾ ਸਿਕਿਉਰਿਟੀ ਦਾ ਕੰਮ ਕਰ ਰਿਹਾ, ਉਹ ਜਰਮਨ ਪੁਲਿਸ ਦੇ ਵਿੱਚ ਹੈ, ਤੁਸੀਂ ਵੇਖੋ। ਤੇ ਤੁਹਾਨੂੰ ਭੁਲੇਖਾ ਹੋਰ ਚੱਕ ਦਈਏ ਸਾਰਿਆਂ ਨੂੰ ਵੀ ਜਿੱਥੇ ਵੀ ਕਿਸੇ ਵੀ ਏਅਰਪੋਰਟ 'ਤੇ ਉਤਰਦੇ ਹੋ ਵਰਲਡ ਦੇ ਵਿੱਚ ਟੌਪ ਦੇ 'ਤੇ, ਨਿਊਯਾਰਕ, ਟੋਰਾਂਟੋ, ਕੈਲੀਫੋਰਨੀਆ, ਆਸਟ੍ਰੇਲੀਆ, ਸਿਡਨੀ, ਮੈਲਬੌਰਨ, ਆਰਕੀ ਯੂਰਪ, ਇੰਗਲੈਂਡ, ਸਭ ਤੋਂ ਪਹਿਲਾਂ ਤੁਹਾਡੇ ਮੂਹਰੇ ਵੈਲਕਮ ਕਰਦੇ ਨੇ, ਲਿਖਿਆ ਹੁੰਦਾ ਜੀ ਆਇਆਂ ਨੂੰ। ਉਹਨਾਂ ਨੂੰ ਇਹਨਾਂ ਦੀ ਕਦਰ ਦਾ ਪਤਾ ਵੀ ਇਹ ਕਿਹੜੀ ਕੌਮ ਹੈ। ਇਹ ਟੋਰਾਂਟੋ ਵਾਲਿਆਂ ਨੂੰ ਪਤਾ ਹੈ, ਕੈਲੀਫੋਰਨੀਆ ਵਾਲਿਆਂ ਨੂੰ ਪਤਾ ਹੈ, ਮੈਲਬੌਰਨ ਆਸਟ੍ਰੇਲੀਆ ਵਾਲਿਆਂ ਨੂੰ ਪਤਾ ਹੈ, ਸਾਰੇ ਵਰਲਡ ਨੂੰ ਪਤਾ ਹੈ। ਤੁਸੀਂ ਹੋਰ ਸੋਚੋ, ਮੈਕਸੀਕੋ ਵਰਗਾ ਮੁਲਕ, ਤੁਸੀਂ ਉੱਥੇ ਜਾਂਦੇ ਉਹਨਾਂ ਨੂੰ ਵੀ ਪਤਾ ਵੀ ਇਹ ਕੌਣ ਨੇ, ਤੇ ਉੱਥੇ ਵੀ ਗੁਰੂ ਘਰ ਹੈ। ਇਹ ਤਾਂ ਕਰਕੇ ਹੈ ਕਿ ਉਹ ਸਾਡੇ ਲੋਕਾਂ ਨੇ ਸ਼ਹਾਦਤਾਂ ਹੀ 90% ਦੇ ਚੁੱਕੇ ਹੈ ਜੀ। ਇਸ ਅੰਦੋਲਨ ਨੂੰ ਨਾਕਾਮ ਕਰਨ ਦੀ ਬੜੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਸਾਰੇ ਇੱਥੇ ਵਿੱਚ ਜਿਹੜੇ ਨੇ ਕੁਝ ਬੰਦੇ ਵੀ ਛੱਡੇ ਗਏ ਨੇ, ਬਾਹਰੋਂ ਆਏ ਸੀ। ਖਬਰਾਂ ਤੁਹਾਡੇ ਤੱਕ ਉੱਥੇ ਜੋ ਪਹੁੰਚਦੇ ਹੋਣਗੀਆਂ, ਉਦੋਂ ਕੀ ਮਹਿਸੂਸ ਕਰਦੇ ਸੀ ਕਿ ਇਹ ਸਾਡੇ ਅੰਦੋਲਨ ਨੂੰ ਢਾਹ ਲਾਉਣ ਦੀ ਕਿੰਨੀ ਤਗੜੀ ਕੋਸ਼ਿਸ਼ ਹੋਈ ਹੈ? ਜੀ ਜ਼ਰੂਰ, ਹਰ ਵਾਰੀ ਸਰਕਾਰ ਦਾ ਇੱਕੋ ਹੀ ਕੰਮ ਰਿਹਾ। ਜਦੋਂ ਕੋਈ ਅੰਦੋਲਨ ਚੱਲਦਾ, ਚਾਹੇ ਉਹ ਸੀਏ ਦਾ ਸੀਗਾ ਜਾਂ ਕੁਝ ਵੀ ਚੱਲਦਾ, ਕਦੀ ਉਹਨਾਂ ਨੂੰ ਕਿਸੇ ਗੈਂਗ ਦਾ ਨਾਮ ਦਿੱਤਾ ਜਾਂਦਾ, ਕਦੀ ਕੁਝ ਕੀਤਾ ਜਾਂਦਾ, ਕਦੀ ਸਾਨੂੰ ਇਹ ਅੱਤਵਾਦੀ ਕਹਿੰਦੇ ਨੇ। ਸਾਡੇ ਵੀ ਇੱਥੇ ਕਈ ਤਰ੍ਹਾਂ ਦੇ ਇਹਨਾਂ ਨੇ ਹੱਥ ਕੰਡੇ ਅਪਣਾਏ ਨੇ, ਕਈ ਕੁਝ ਕਰਦੇ ਨੇ, ਪਰ ਇਹ ਇਹਨਾਂ ਦੇ ਤਾਂ ਨਹੀਂ ਚੱਲ ਰਹੇ ਕਿਉਂਕਿ ਅੱਜ ਦੀ ਡੇਟ ਵਿੱਚ ਸਾਰਾ ਵਰਗ ਇੱਥੇ ਆ ਕੇ ਇਕੱਠਾ ਹੋ ਗਿਆ। ਨਾ ਇੱਥੇ ਕੋਈ ਧਰਮ ਚੱਲ ਰਿਹਾ, ਨਾ ਕੋਈ ਜਾਤ ਪਾਤ ਵੇਖ ਰਿਹਾ। ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਅੰਦੋਲਨ ਦਾ ਸਾਥ ਦੇ ਰਿਹਾ। ਇਸ ਕਰਕੇ ਇਹਨਾਂ ਦਾ ਕੁਝ ਵੀ ਹੱਥ ਕੰਡਾ ਨਹੀਂ ਚੱਲ ਰਿਹਾ ਹਾਲੇ ਤੱਕ। ਜੇਕਰ ਬਾਲੀਵੁੱਡ ਸਟਾਰਸ ਦੀ ਗੱਲ ਕੀਤੀ ਜਾਵੇ, ਬਹੁਤ ਸਾਰੇ ਜਿਹੜੇ ਕਲਾਕਾਰ ਨੇ, ਅਸੀਂ ਇੱਥੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਣੇ ਵੀ ਆ, ਸੋ ਉਹ ਵੀ ਇੱਥੇ ਤੱਕ ਨਹੀਂ ਆਵਾਜ਼ ਆਪਣੀ ਬੁਲੰਦ ਕਰ ਪਾਏ। ਨਹੀਂ, ਅਸੀਂ ਕਲਾਕਾਰਾਂ ਦੇ ਵਿੱਚ ਨਹੀਂ ਇੰਨਾ ਜਾਣਾ ਚਾਹੁੰਦੇ। ਅਸੀਂ NRI ਵੀਰਾਂ ਦਾ ਧੰਨਵਾਦ ਕਰਦੇ ਹਾਂ। ਦੂਸਰੀ ਗੱਲ ਇਹ ਆ ਵੀ ਜਿਹੜੇ ਬਾਹਰ ਤੋਂ ਆ, ਸਾਡੀ ਉਮਰ ਦੇ, ਜਿਹੜੇ ਸਾਡੀ ਏਜ ਦੇ ਆ, ਜਾਂ ਮੰਨ ਲਓ ਕਿ ਸਾਡੇ ਤੋਂ ਵੱਡੇ ਆ ਜਾਂ ਛੋਟੇ ਆ, ਜਿਹੜੇ ਨੌਜਵਾਨ ਆ, ਉਹ ਇਸ ਚੀਜ਼ ਨੂੰ ਨਾ ਕਹਿਣ ਵੀ ਤੁਸੀਂ ਇੱਕ ਤਾਂ ਧਰਨਾ ਲਾ ਕੇ ਬਹਿ ਗਏ ਆ। ਉਹਨਾਂ ਨੂੰ ਸਾਡੀ ਅਪੀਲ ਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੰਗਦ ਦੇਵ ਜੀ, ਅਮਰਦਾਸ ਜੀ, ਰਾਮਦਾਸ ਜੀ ਤੋਂ ਅਰਜਨ ਦੇਵ ਜੀ ਨੇ ਜਦੋਂ ਸ਼ਹੀਦੀ ਦਿੱਤੀ ਆ ਸ਼ਾਂਤ ਰਹਿ ਕੇ, ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ। ਉਸ ਤੋਂ ਬਾਅਦ ਫਿਰ 7ਵੇਂ ਪਾਤਸ਼ਾਹ ਸਾਡੇ ਹਰ ਰਾਏ ਹਰਕ੍ਰਿਸ਼ਨ ਜੀ ਤੇ 9ਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਨੇ ਵੀ ਇੱਕ ਸ਼ਹਾਦਤ ਦਿੱਤੀ ਆ, ਮਤਲਬ ਸ਼ਾਂਤਮਈ ਰਹਿ ਕੇ। ਉਸ ਤੋਂ ਬਾਅਦ ਸਾਡੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ,
ਉਸ ਤੋਂ ਬਾਅਦ ਅਸੀਂ ਇਹ ਗੱਲ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਫਿਰ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ। ਐਸੀ ਗੱਲ ਨਹੀਂ ਹੈ ਵੀ ਇੱਥੇ ਹੀ ਧਰਨੇ ਲਾਈ ਰੱਖਾਂਗੇ। ਫਿਰ ਇਹ ਨਾ ਸੋਚੋ ਜੇ ਸਾਨੂੰ ਆਵਾਜ਼ ਬੁਲੰਦ ਕਰਨੀ ਪਈ, ਇਹ ਮੋਦੀ ਨਹੀਂ ਮੰਨਦਾ, ਤੇ ਅਸੀਂ ਫਿਰ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਹਰ ਇੱਕ ਕੰਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੀਟਿੰਗ ਹੋਣੀ ਹੈ। ਅੱਜ ਮੀਟਿੰਗ 2 ਵਜੇ ਸ਼ੁਰੂ ਹੋ ਜਾਏਗੀ ਹਨਾ। ਉਸ ਤੋਂ ਬਾਅਦ ਲੱਗਦਾ ਕਿ ਕੀ ਹੋਏਗਾ। ਹੁਣ ਸਾਰੇ ਕਿਸਾਨ ਵਿਗਿਆਨ ਭਵਨ ਵੱਲ ਪਹੁੰਚ ਗਏ ਨੇ। ਲੰਬੀ ਮੀਟਿੰਗ ਚੱਲੇਗੀ। ਕੀ ਲੱਗਦਾ ਕਿ ਅੱਜ ਕੀ ਹੋਏਗਾ? ਜੀ ਵੈਸੇ ਤਾਂ ਸਰਕਾਰਾਂ ਤੋਂ ਸਾਨੂੰ ਕੋਈ ਬਹੁਤੀ ਉਮੀਦ ਹੈ ਨਹੀਂ। ਸਾਡੇ ਆਗੂ ਬਹੁਤ ਵਧੀਆ ਗੱਲ ਕਰ ਰਹੇ ਆ, ਬੜੀ ਵਧੀਆ ਡਿਸਕਸ਼ਨ ਕਰ ਰਹੇ ਆ। ਇਹਨਾਂ ਨੇ ਪੂਰਾ ਟੀਚਾ ਲਿਖ ਕੇ ਦਿੱਤਾ ਕਿ ਕੀ ਕਰਨਾ ਚਾਹੀਦਾ, ਕੀ ਸਾਡੀਆਂ ਮੰਗਾਂ ਨੇ। ਸਾਨੂੰ ਕੋਈ ਵੈਸੇ ਹਾਲੇ ਫਿਲਹਾਲ ਬਹੁਤੀ ਉਮੀਦ ਨਹੀਂ। ਸਾਨੂੰ ਇਹ ਲੱਗਦਾ ਕਿ ਸੰਘਰਸ਼ ਲੰਬਾ ਚੱਲੇਗਾ। ਇਸੇ ਕਰਕੇ ਅਸੀਂ ਆਪਣੇ ਕਿਸਾਨ ਭਰਾਵਾਂ ਦੀ ਸਪੋਰਟ ਕਰਨ ਲਈ ਸਾਰੇ NRI ਵੀ ਇਕੱਠੇ ਹੋ ਕੇ ਆਏ ਆ, ਹੋਰ ਅੱਗੇ ਕਰਾਂਗੇ। ਪਰ ਆਫ ਕੋਰਸ ਐਂਡ 'ਚ ਜਿੱਤ ਸਾਡੀ ਹੋਣੀ ਹੈ, ਕੋਈ ਅਸੀਂ ਸੱਚ ਔਰ ਹੱਕ ਦੇ ਨਾਲ ਖੜੇ ਆ। ਐਂਡ 'ਚ ਸਾਡੀ ਜਿੱਤ ਹੈ। ਅੱਜ ਅਸੀਂ ਕੋਈ ਜ਼ਿਆਦਾ ਸਰਕਾਰ ਤੋਂ ਉਮੀਦ ਕਰਦੇ ਨਹੀਂ, ਕਿਉਂਕਿ ਇਹ ਵੈਸੇ ਹੀ ਬੇਉਮੀਦੀ ਸਰਕਾਰ ਹੈ ਤੇ ਇਹਨਾਂ ਦਾ ਆਪਣਾ ਏਜੰਡਾ ਚੱਲਦਾ ਹੈ। TV ਤੇ ਆ ਕੇ ਕੁਝ ਹੋਰ ਬੋਲਦੇ ਆ ਤੇ ਫਿਰ ਸਾਨੂੰ ਮੀਟਿੰਗਾਂ 'ਚ ਬੁਲਾਉਂਦੇ, ਬੜੀ ਦੋਗਲੀ ਨੀਤੀ ਚੱਲਦੇ ਆ। ਸੋ ਸਾਨੂੰ ਤਾਂ ਕੋਈ ਖਾਸ ਅੱਜ ਦੇ ਦਿਨ ਤੋਂ ਉਮੀਦ ਸਾਨੂੰ ਹੈ ਨਹੀਂ। ਮੇਬੀ 26 ਜਨਵਰੀ ਦੇ ਕੋਲ ਜਾ ਕੇ ਅਗਲੇ ਕੁਝ ਸੁਪਰੀਮ ਕੋਰਟ ਜਦੋਂ ਖੁੱਲਦਾ ਜਾਂ ਕੁਝ ਉੱਥੋਂ ਦੀ ਇੰਡੀਕੇਸ਼ਨ ਆਉਂਦੀ ਹੈ ਤਾਂ ਕੁਝ ਸਰਕਾਰ ਤੇ ਪ੍ਰੈਸ਼ਰ ਪਏ। ਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੁਸੀਂ ਆਏ ਹੋ, ਉਹਨਾਂ ਨੇ ਹੌਸਲਾ ਅਫਜ਼ਾਈ ਜਿਹੜੀ ਆ ਕੇ ਕੀਤੀ ਹੈ, ਕਿਉਂਕਿ ਇਹਨਾਂ ਦੇ ਖੂਨ ਉੱਥੋਂ ਉਬਾਲੇ ਮਾਰ ਰਹੇ ਸਨ ਕਿ ਇੱਥੇ ਸਾਡੇ ਸਾਰੇ ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ, UP ਦੇ ਕਿਸਾਨ ਆ ਕੇ ਖੜੇ ਹੋਏ ਨੇ ਤੇ ਅਸੀਂ ਕੈਨੇਡਾ, ਅਮਰੀਕਾ, ਇੰਗਲੈਂਡ 'ਚ ਬੈਠੇ ਤੇ ਅਸੀਂ ਵੀ ਜ਼ਰੂਰ ਜਾਈਏ। ਜਰਮਨ ਤੋਂ ਵੀ ਇੱਥੇ ਪਹੁੰਚੇ ਹੋਏ ਨੇ, ਨਿਊਜ਼ੀਲੈਂਡ ਤੋਂ ਵੀ ਇੱਥੇ ਆਏ ਹੋਏ ਨੇ। ਸੋ ਇਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਤੇ ਇੱਕ ਜਿਹੜੀ ਆਸ ਹੈ, ਉਮੀਦ ਲੈ ਕੇ ਆਏ ਨੇ ਤੇ ਅਸੀਂ ਵੀ ਇਸੇ ਉਮੀਦ ਵਿੱਚ ਖੜੇ ਹੋਏ ਹਾਂ ਕਿ ਆਖਰਕਾਰ ਜਿਹੜੀ ਸਵੇਰ ਦੀ ਜਿਹੜੀ ਸੂਰਜ ਦੀ ਕਿਰਨ ਚੜ੍ਹਨੀ ਆ ਨਾ, ਤਾਂ ਕਿਹੜਾ ਰੰਗ ਲੈ ਕੇ ਤੇ ਕਿਹੜੀ ਖੁਸ਼ੀ ਲੈ ਕੇ ਆਵੇਗੀ, ਇਹ ਉਮੀਦ ਹਾਲੇ ਵੀ ਸਾਰਿਆਂ ਨੂੰ ਹੈ। ਸਹਿਯੋਗੀ ਸਾਥੀ ਕਮਲ ਦੇ ਨਾਲ ਮਨਦੀਪ ਕੌਰ ਸੰਧੂ, ਸਿੰਘੂ ਬਾਰਡਰ ਤੋਂ।